Contract and its types. Indian Contract Act 1872. Every agreement and promise enforceable at a court of law is a contract. Section 2H of Indian Contract Act 1872 said that types of contract. It has divided into three types on the basis of validity, on the basis of formation, on the basis of performance. First one is on the basis of validity. It has further divided into 5 types: valid contract, voidable contract, illegal contract, enforceable contract. And second one is on the basis of formation. It has divided into 3 types: express contract, implied, quasi contract, or e-contract. 4. On the basis of performance, it has divided into 4 types: executed contract, executory contract, unilateral contract, bilateral contract. ਹੁਣ ਆਪਾਂ ਇਹਨਾਂ ਨੂੰ ਪੜਾਂਗੇ ਵੀ ਇਹ ਜਿਹੜਾ ਕੰਟਰੈਕਟ ਆ ਇਹਨਾਂ ਦੇ ਕੀ ਮੀਨਿੰਗ ਨੇ ਤੇ ਉਹਨਾਂ ਨੂੰ ਆਪਾਂ ਕਿੱਦਾਂ ਸਮਝ ਸਕਦੇ ਆ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। ਟਾਈਪਸ ਆਫ ਕੰਟਰੈਕਟ ਪੂਰੀ ਆਪਣੀ CLE ਬੇਸਡ ਆ ਇਹ ਆਪਣੇ ਚੈਪਟਰ ਦੇ ਉੱਤੇ। ਇਹਦੇ ਲਈ ਆਪਣਾ ਬਹੁਤ ਜ਼ਰੂਰੀ ਆ ਸਮਝਣਾ ਕਿ ਕਿਹੜੇ ਕੰਟਰੈਕਟ ਨੂੰ ਕੀ ਕਿਹਾ ਜਾਂਦਾ। ਮੋਸਟਲੀ ਇਹਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ, ਚਾਹੇ 2 ਮਾਰਕਸ ਦਾ ਆਵੇ। ਫੋਰ ਐਗਜ਼ਾਮਪਲ ਉਹਨਾਂ ਨੇ ਪੁੱਛ ਲਿਆ ਵੋਇਡੇਬਲ ਕੰਟਰੈਕਟ ਕੀ ਆ, ਇੱਧਰ ਜਾਂ ਪੁੱਛ ਲਿਆ ਤੁਹਾਨੂੰ 2 ਮਾਰਕਸ 'ਚ ਐਗਜ਼ੀਕਿਊਟਰੀ ਕੰਟਰੈਕਟ ਦੱਸੋ ਕੀ ਆ। ਸੋ ਇਹਦੇ ਵਿੱਚ ਤੁਹਾਨੂੰ ਸਮਝਣਾ ਜ਼ਰੂਰੀ ਆ। ਮੋਸਟਲੀ ਇਹ ਹਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕੁਐਸਚਨ। ਇਹ ਲੌਂਗ ਕੁਐਸਚਨ ਵੀ ਆ ਸਕਦਾ, ਸ਼ਾਰਟ ਵੀ ਆ ਸਕਦਾ। ਔਨ ਦਾ ਬੇਸਿਸ ਆਫ ਵੈਲਿਡਿਟੀ, ਵੈਲਿਡ ਕੰਟਰੈਕਟ ਕਿਹੜਾ ਹੁੰਦਾ ਆ? ਕੋਈ ਵੀ ਅਗਰੀਮੈਂਟ which is blindly and enforceable by law and contains all the essential elements of a valid contract। ਇੱਕ ਅਗਰੀਮੈਂਟ ਜੋ ਲਾਅ ਦੇ ਦੁਆਰਾ ਇਨਫੋਰਸੇਬਲ ਹੈ ਅਤੇ ਸਾਰੇ essential elements ਹੋਣ ਇੱਕ ਵੈਲਿਡ ਕੰਟਰੈਕਟ ਦੇ, ਉਹਨੂੰ ਆਪਾਂ ਕਹਿੰਦੇ ਹਾਂ ਵੈਲਿਡ ਕੰਟਰੈਕਟ। ਫੋਰ ਐਗਜ਼ਾਮਪਲ A ਨੇ ਆਪਣੀ ਕਾਰ ਵੇਚਣੀ ਆ, ਠੀਕ ਆ, ਉਹਨੇ ਪ੍ਰਾਈਸ ਰੱਖੀ ਆ 4 ਲੱਖ ਅਤੇ B ਨੇ ਉਹ ਬਾਏ ਕਰ ਲਈ 4 ਲੱਖ ਦੀ। ਇਹ ਆਪਣਾ ਵੈਲਿਡ ਕੰਟਰੈਕਟ ਹੋਊਗਾ। ਵੋਇਡ ਕੰਟਰੈਕਟ ਕਿਹੜਾ ਆ? ਅ ਕੰਟਰੈਕਟ ਵਿਦਾਊਟ ਐਨੀ ਲੀਗਲ ਇਫੈਕਟ ਐਂਡ ਕੈਨ ਨਾਟ ਬੀ ਇਨਫੋਰਸਡ ਇਨ ਅ ਕੋਰਟ ਆਫ ਲਾਅ। ਇਹਦੇ ਵਿੱਚ ਇਹ ਕੰਟਰੈਕਟ ਹੁੰਦਾ, ਇਹ ਵੈਲਿਡ ਕੰਟਰੈਕਟ ਨਹੀਂ ਹੁੰਦਾ, ਇਹਦੇ ਵਿੱਚ ਕੁਝ ਮਿਸਿੰਗ ਹੁੰਦਾ ਆ। ਜਿਹਦੇ ਵਿੱਚ ਕੁਝ ਵੀ ਮਿਸਿੰਗ ਹੈ ਵੈਲਿਡ ਕੰਟਰੈਕਟ ਦਾ ਜਾਂ ਕੋਈ ਵੀ ਅਗਰੀਮੈਂਟ ਜੋ ਲਾਅ ਵਿੱਚ ਇਨਫੋਰਸ ਨਹੀਂ, ਦੈਟ ਇਜ਼ ਵੋਇਡ ਕੰਟਰੈਕਟ। ਸਿੰਪਲ ਆਪਾਂ ਇਹਨੂੰ ਸਮਝਦੇ ਹਾਂ। ਪਹਿਲਾਂ ਵੈਲਿਡ ਸੀ, ਜਦ ਆਪਾਂ ਕੰਟਰੈਕਟ ਐਂਟਰ ਕੀਤਾ, ਬਾਅਦ ਵਿੱਚ ਇੱਦਾਂ ਦੇ ਸਰਕਮਸਟਾਂਸਿਸ ਹੋਏ ਕੰਟਰੈਕਟ ਪਰਫੋਰਮ ਕਰਨਾ ਇੰਪੋਸੀਬਲ ਹੋ ਗਿਆ। ਇੰਡੀਆ ਚਾਈਨਾ ਪਹਿਲਾਂ ਜਿਵੇਂ ਇਹਨਾਂ ਦੇ ਵਿੱਚ ਬਹੁਤ ਵਧੀਆ ਸੀਗਾ, ਇਹ ਆਪਣਾ ਉਹ ਕਰਦੇ ਸੀਗੇ ਐਕਸਪੋਰਟ, ਬਟ ਆਪਣੇ ਹੁਣ ਕੁਛ ਇੱਦਾਂ ਦਾ ਕੁਛ ਹੋਇਆ ਆਪਣੀ ਕੰਟਰੀ ਦੇ ਵਿੱਚ, ਇੰਡੀਆ ਨੇ ਚਾਈਨਾ ਨਾਲ ਆਪਣੀ ਟਰਾਂਸਪੋਰਟੇਸ਼ਨ ਐਕਸਪੋਰਟ ਕਰਨਾ ਬੰਦ ਕਰ ਦਿੱਤਾ, ਤਾਂ ਫਿਰ ਉਹ ਬ੍ਰੇਕਆਊਟ ਹੋ ਗਿਆ। ਹੁਣ ਉਹ ਆਪਣਾ ਕੰਟਰੈਕਟ ਜੇ ਕਰਾਂਗੇ ਵੋਇਡ ਹੋਊਗਾ। voidable contract, an agreement which is enforceable by law at the option of one or more the parties but not at the option of the other is a voidable contract। Example, property ਵੇਚੀ, ਡਰਾ ਕੇ ਗਨ ਰੱਖਤੀ ਆਪਾਂ ਬੰਦੇ 'ਤੇ, ਇੱਕ ਪਰਸਨ ਨੂੰ ਕਿਹਾ ਜਾਂਦਾ ਵੀ ਕੰਟੀਨਿਊ ਕਰੋ ਜਾਂ ਨਹੀਂ। ਜੇ ਉਹਨੂੰ ਲੱਗਦਾ ਵੀ ਕੁਝ ਗਲਤ ਹੋਇਆ ਉਹਦੇ ਨਾਲ, ਉਹਨੂੰ ਵੋਇਡ ਵੀ ਕੀਤਾ ਜਾ ਸਕਦਾ, ਆਪਾਂ ਕੰਟਰੈਕਟ ਨੂੰ ਵੈਲਿਡ ਵੀ ਕੀਤਾ ਜਾ ਸਕਦਾ। ਮਤਲਬ ਇਹ ਪਰਸਨ 'ਤੇ ਮੇਨਲੀ ਬੇਸਡ ਆ ਇਹ ਕੰਟਰੈਕਟ ਵੀ। ਜਦੋਂ ਪਾਰਟੀਜ਼ ਕੰਟਰੈਕਟ ਕਰਦੀਆਂ ਨੇ ਉਹ ਉਹਦੇ 'ਤੇ ਡਿਪੈਂਡ ਆ ਵੀ ਉਹਨੇ ਕੰਟਰੈਕਟ ਆਪਣਾ ਕੰਟੀਨਿਊ ਕਰਨਾ ਜਾਂ ਨਹੀਂ ਕਰਨਾ। ਇਲੀਗਲ ਐਗਰੀਮੈਂਟ, ਇਟ ਇਜ਼ ਅ ਕੰਟਰੈਕਟ ਵਿਚ ਦਾ ਲਾਅ ਫੋਰਬਿਡਸ ਟੂ ਬੀ ਮੇਡ। ਜੋ ਲਾਅ ਨੇ ਆਲਰੇਡੀ ਮਨਾ ਕਰਿਆ ਹੋਇਆ ਵੀ ਇਹ ਇਲੀਗਲ ਹੈ, ਤੁਸੀਂ ਨਹੀਂ ਕਰ ਸਕਦੇ, ਅਤੇ ਆਪਾਂ ਫਿਰ ਵੀ ਅਗਰੀਮੈਂਟ ਕਰ ਲੈਂਦੇ ਹਾਂ, ਉਹਨੂੰ ਇਲੀਗਲ ਐਗਰੀਮੈਂਟ ਮੰਨਿਆ ਜਾਂਦਾ ਹੈ।
ਫੋਰ ਐਗਜ਼ਾਮਪਲ ਆਪਣੇ ਪੰਜਾਬ ਦੇ ਵਿੱਚ ਦੀ ਫੀਮ ਦੀ ਖੇਤੀ ਕਰਨਾ ਮਨਾ ਆ, ਬਟ ਅਗਰ ਆਪਾਂ ਆਪਣੇ ਖੇਤਾਂ ਦੇ ਵਿੱਚ ਉਗਾਉਂਦੇ ਹਾਂ ਤਾਂ ਆਪਣੇ 'ਤੇ ਗਵਰਨਮੈਂਟ ਐਕਸ਼ਨ ਲੈ ਸਕਦੀ ਆ। ਉਹ ਆਪਣਾ ਕੰਟਰੈਕਟ ਆ ਜਾਂ ਆਪਣਾ ਉਹ ਮਤਲਬ ਇਲੀਗਲ ਐਗਰੀਮੈਂਟ ਆ ਜੋ, ਜੇ ਆਪਾਂ ਕਹੀਏ ਕਿਸੇ ਬੰਦੇ ਨੂੰ ਵੀ ਤੂੰ ਮੇਰੇ ਲਈ ਫੀਮ ਹੋਊਗਾ, ਉਹ ਨਹੀਂ ਕਰ ਸਕਦਾ ਕਿਉਂਕਿ ਇਹ ਇਲੀਗਲ ਆਪਣੀ ਕੰਟਰੀ ਦੇ ਵਿੱਚ। ਕਿਸੇ ਕੰਪਨੀ ਹੁਣ ਫੋਰ ਐਗਜ਼ਾਮਪਲ ਆਪਣੇ ਕਿਸੇ ਹੋਰ ਜਗ੍ਹਾ 'ਤੇ ਮੰਨ ਲਓ ਇਹ ਲੀਗਲੀ ਆ, ਉਹ ਕਰ ਸਕਦੇ ਨੇ, ਬਟ ਆਪਣੇ ਇਹ ਇਲੀਗਲ ਆ। ਫਿਫਥ ਵਨ ਇਜ਼ ਇਨਫੋਰਸੇਬਲ ਐਗਰੀਮੈਂਟ where a contract is good in substance but because of some technical defect, that is absence in writing etc, and both the parties cannot sue upon it। ਕੋਈ ਟੈਕਨੀਕਲ ਚੀਜ਼ ਆਪਣੇ ਕੋਲ ਨਹੀਂ ਹੈ, ਉਹਨੂੰ ਆਪਾਂ ਕੋਰਟ ਵਿੱਚ ਜਾਂ ਸਿਊ ਨਹੀਂ ਕਰ ਸਕਦੇ, ਮਤਲਬ ਰਿਟਨ ਪ੍ਰੂਫ ਨਹੀਂ ਹੈਗਾ ਆਪਣੇ ਕੋਲ। ਆਪਾਂ ਜਦ ਵੀ ਕੋਈ ਕੰਟਰੈਕਟ ਕੀਤਾ ਆਪਣੇ ਕੋਲ ਪ੍ਰੂਫ ਹੀ ਨਹੀਂ ਹੈਗਾ ਤਾਂ ਆਪਾਂ ਕੋਰਟ ਦੇ ਵਿੱਚ ਲਿਜਾ ਕੇ ਆਪਾਂ ਉਹਦੇ 'ਤੇ ਮਤਲਬ ਕੇਸ ਨਹੀਂ ਕਰ ਸਕਦੇ ਆਪਾਂ ਉਹਦੇ ਉੱਤੇ। ਇਨਫੋਰਸੇਬਲ ਐਗਰੀਮੈਂਟ, ਇਹ 5 ਟਾਈਪਸ ਸੀਗੀਆਂ ਔਨ ਦਾ ਬੇਸਿਸ ਆਫ ਵੈਲਿਡਿਟੀ ਦੀਆਂ। ਔਨ ਦਾ ਬੇਸਿਸ ਆਫ ਵੈਲਿਡਿਟੀ on the basis of formation, express contract ਕਿਹੜਾ ਹੁੰਦਾ? A contract created orally but that is by words spoken or written, when one party makes the offer by words spoken or written or other party accepts the same according there is an express contract created। for example A ਨੇ B ਨੂੰ ਕਿਹਾ ਆਪਾਂ ਇਹ ਕੰਟਰੈਕਟ ਕਰਦੇ ਹਾਂ, ਉਹਨਾਂ ਨੇ ਐਕਸੈਪਟ ਕਰ ਲਿਆ ਵੀ ਚਾਹੇ ਓਰਲ ਕਰ ਲਓ ਚਾਹੇ ਰਿਟਨ ਕਰ ਲਓ, ਉਹਨੂੰ ਐਕਸਪ੍ਰੈਸ ਕੰਟਰੈਕਟ ਹੁੰਦਾ। ਮੇਨਲੀ ਇਹ ਓਰਲ ਵੀ ਹੋ ਸਕਦਾ ਐਂਡ ਰਿਟਨ ਵੀ ਹੋ ਸਕਦਾ, ਵਰਡਸ ਵੀ ਹੋ ਸਕਦੇ ਨੇ। ਇੰਪਲਾਈਡ ਕੰਟਰੈਕਟ, ਇਹ ਬਿਲਕੁਲ ਇਹਦੇ ਕੰਟਰਾਡਿਕਟ ਕਰੂਗਾ। ਅ ਕੰਟਰੈਕਟ ਕ੍ਰੀਏਟਿਡ ਬਾਈ ਦੀ ਕੰਡਕਟ ਔਰ ਐਕਟਸ ਆਫ ਦੀ ਪਾਰਟੀਜ਼ ਐਂਡ ਨਾਟ ਬਾਈ ਵਰਡ ਸਪੋਕਨ ਔਰ ਰਿਟਨ। ਐਗਜ਼ਾਮਪਲ ਅਬੋਰਡਸ ਅ ਪਬਲਿਕ ਬੱਸ ਮੈਟਰੋ। ਕੰਟਰੈਕਟ ਆਪਾਂ ਕਿਸੇ ਵੀ ਪਾਰਟੀ ਨੂੰ ਨਾ ਹੀ ਰਿਟਨ ਵਿੱਚ ਨਾ ਹੀ ਸਪੋਕਨ ਦਿੰਦੇ ਹਾਂ, ਕੁਝ ਵੀ ਆਪਣੇ ਐਕਸ਼ਨਸ ਇੱਦਾਂ ਦੇ ਹੁੰਦੇ ਨੇ, ਐਕਟ ਇੱਦਾਂ ਦਾ ਹੁੰਦੇ ਨੇ, ਕੰਟਰੈਕਟ ਬਣ ਜਾਂਦਾ ਆ। ਹੁਣ ਐਗਜ਼ਾਮਪਲ ਬੱਸ ਜਾਂ ਆਪਾਂ ਮੈਟਰੋ ਦੀ ਟਿਕਟ ਲੈ ਲਈ, ਠੀਕ ਆ, ਬਿਨਾਂ ਬੋਲੇ। ਬੱਸ ਡਰਾਈਵਰ ਮਰਸਲੀ stop the bus at the bus stop and the passenger board without being invited, that is implied contract। ਹੁਣ ਆਪਾਂ ਮੇਨਲੀ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ, ਆਪਾਂ ਜਾਣਾ ਆ ਆਪਣੀ ਇੱਕ ਜਗ੍ਹਾ ਤੋਂ ਲੈ ਕੇ ਆਪਾਂ ਦੂਸਰੀ ਜਗ੍ਹਾ 'ਤੇ ਜਾਣਾ ਆ, ਆਪਾਂ ਉਹਨੂੰ ਟਿਕਟ ਲੈ ਲੈਂਦੇ ਹਾਂ ਆਪਣੇ ਬੱਸ ਡਰਾਈਵਰ ਉਹ ਤੋਂ ਕੰਡਕਟਰ ਤੋਂ, ਉਹਨੇ ਆਪਾਂ ਨੂੰ ਟਿਕਟ ਕੱਟ ਦਿੱਤੀ ਅਤੇ ਆਪਣੀ ਮਤਲਬ ਐਕਸ਼ਨਸ ਇੱਦਾਂ ਦੇ ਸੀਗੇ, ਉਹਨੂੰ ਪਤਾ ਲੱਗ ਗਿਆ ਵੀ ਹਾਂ ਵੀ ਹੁਣ ਇਹਨਾਂ ਨੇ ਇੱਥੇ ਜਾਣਾ ਆ। ਜਿਵੇਂ ਆਪਣੀ ਬੱਸ ਲਾ ਲਓ ਚੱਲੀ ਆ, ਲਾਸਟ ਸਟੋਪ ਉਹਦਾ ਰਾਜਪੁਰੇ ਆ, ਆਪਾਂ ਚੜ੍ਹੇ ਹਾਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ, ਤਾਂ ਆਪਣਾ ਉਹਨੂੰ ਪਤਾ ਵੀ ਇੱਥੇ ਰੁਕਣੀ ਆ, ਤਾਂ ਆਪਾਂ ਨੂੰ ਬੱਸ ਆਪਾਂ ਕਹਾਂਗੇ ਵੀ ਇੱਥੇ ਤੱਕ ਰੁਕ ਦੇ, ਉਹ ਇੰਪਲਾਈਡ ਕੰਟਰੈਕਟ ਆ। ਕੁਐਸੀ ਕੰਟਰੈਕਟ ਕਿਹੜਾ ਹੁੰਦਾ? ਇਟ ਇਜ਼ ਨਾਟ ਐਨ ਐਕਚੁਅਲ ਕੰਟਰੈਕਟ ਬਟ ਇਟ ਰਿਜ਼ੈਂਬਲਸ ਟੂ ਅ ਕੰਟਰੈਕਟ। It is created by law under certain circumstances by the law creates and enforces legal rights and obligations when no real contract exists. Such obligations are known as quasi-contract. For example, a finder of lost goods is under obligation to find out the true owner and return of goods। ਐਵੇਂ ਦੇ ਕੰਟਰੈਕਟ ਆਪਾਂ ਐਕਚੁਅਲ ਵਿੱਚ ਨਹੀਂ ਕਰਦੇ ਬਟ ਆਪਣੇ ਸਰਕਮਸਟਾਂਸਿਸ ਵਿੱਚ ਕ੍ਰੀਏਟ ਕਰੇ ਗਏ ਨੇ, ਆਪਾਂ ਨੂੰ ਫੋਰਸ ਕੀਤਾ ਗਿਆ ਵਾ, ਇਹ ਕੰਟਰੈਕਟ ਹੁੰਦੇ ਦੇ ਵਿੱਚ, ਕੁਐਸੀ ਕੰਟਰੈਕਟ ਦੇ ਵਿੱਚ। E-contract, an e-commerce contract is one which is entered into between two parties via internet। ਜਦੋਂ ਦੋ ਪਾਰਟੀਜ਼ ਕੰਟਰੈਕਟ ਕਰਦੀਆਂ ਨੇ ਇੰਟਰਨੈਟ 'ਤੇ, ਉਹਨੂੰ ਕਿਹਾ ਜਾਂਦਾ ਈ ਕੰਟਰੈਕਟ।
ਈ ਵਰਡ ਤੋਂ ਹੀ ਕਲੀਅਰ ਹੋ ਰਿਹਾ ਵਾ ਵੀ ਕੋਈ ਵੀ ਮਤਲਬ ਆਪਾਂ ਕੰਟਰੈਕਟ ਕਰਦੇ ਹਾਂ ਆਪਾਂ ਇੰਟਰਨੈਟ 'ਤੇ ਬੰਦੇ ਨਾਲ ਆਪਾਂ ਉਹ ਕੀਤਾ ਕੰਟੈਕਟ ਕੀਤਾ ਅਤੇ ਉਹਨੇ ਆਪਣਾ ਕੰਟਰੈਕਟ ਦੇਖ ਕੇ ਆਪਾਂ ਨੂੰ ਐਕਸੈਪਟ ਕੀਤਾ। ਔਰ ਜਿਵੇਂ ਹੁਣ ਆਪਣੀ ਬਹੁਤ ਲੇਟੈਸਟ ਚੱਲ ਰਿਹਾ ਆਪਾਂ ਕੋਈ ਵੀ ਗੁਡਸ ਨੇ ਆਪਾਂ ਔਨਲਾਈਨ ਬਾਏ ਕਰਦੇ ਹਾਂ, ਠੀਕ ਆ, ਜਾਂ ਆਪਾਂ ਕੋਈ ਕਾਰ ਪਰਚੇਜ਼ ਕਰਨੀ ਆ ਆਪਾਂ ਐਡਵਰਟਾਈਜ਼ਮੈਂਟ ਦੇ ਥਰੂ ਜਾ ਕੇ ਆਪਾਂ ਬਾਏ ਕਰ ਲੈਂਦੇ ਹਾਂ। ਉਹ ਕੰਟਰੈਕਟ ਆਪਾਂ ਪਰਸਨਲੀ ਤਾਂ ਵਿਜ਼ਿਟ ਨਹੀਂ ਕੀਤਾ, ਆਪਾਂ ਇੰਟਰਨੈਟ ਦੇ ਥਰੂ ਕੀਤਾ ਆ। ਉਹ ਹੁੰਦਾ ਈ ਕੰਟਰੈਕਟ, ਜਿਹੜਾ ਆਪਾਂ ਇੰਟਰਨੈਟ 'ਤੇ ਕਰਦੇ ਹਾਂ ਕੰਟਰੈਕਟ। And third one is on the basis of performance. It has further divided into 4 types. First one is executed contract, where the consideration for the promise in a contract is given or executed. ਆਪਾਂ ਕੰਸੀਡਰੇਸ਼ਨ ਦੇ ਦਿੱਤੀ ਜੋ ਵੀ ਕੰਟਰੈਕਟ ਕੀਤਾ ਸੀ। ਹੁਣ ਏ ਨੇ ਆਪਣੀ ਬਾਈਕ ਸੈੱਲ ਕੀਤੀ ਬੀ ਨੂੰ ਐਟ ₹60,000, ਬੀ ਨੇ ਬਾਈ ਕਰ ਲਈ, ਉਹ ਹੋ ਗਿਆ ਐਗਜ਼ੀਕਿਊਟਿਡ ਕੰਟਰੈਕਟ। ਐਗਜ਼ੀਕਿਊਟਰੀ ਕੰਟਰੈਕਟ ਕੀ ਆ? ਵੇਅਰ ਪਾਰਟੀਜ਼ ਔਰ ਓਬਲੀਗੇਸ਼ਨਸ ਵਿਚ ਸਰਵਸ ਐਜ਼ ਕੰਸੀਡਰੇਸ਼ਨ ਇਜ਼ ਟੂ ਬੀ ਪਰਫੋਰਮਡ ਇਨ ਫਿਊਚਰ। ਇਹਦੇ ਵਿੱਚ ਤਾਂ ਆਪਾਂ ਔਨ ਦਾ ਸਪੋਟ ਹੀ ਉਹਨੂੰ ਕੰਸੀਡਰੇਸ਼ਨ ਪੇ ਕਰਤੀ ਸੀ, ਜਿਵੇਂ ਉਹਨੇ ਏ ਨੇ ਵੇਚੀ ਸੀ ਬਾਈਕ ਬੀ ਨੂੰ 60,000 'ਚ ਉਹਨੇ ਬਾਈ ਕਰ ਲਈ। ਹੁਣ ਇਹਦੇ ਵਿੱਚ ਆ ਗਿਆ ਫਿਊਚਰ ਦੇ ਵਿੱਚ ਇੱਕ ਨੇ ਓਬਲੀਗੇਸ਼ਨ ਪੂਰੀ ਕਰਤੀ, ਦੂਜੇ ਨੇ ਨਹੀਂ ਕਰੀ ਜਾਂ ਦੋਹਾਂ ਨੇ ਨਹੀਂ ਕਰੀ, ਫਿਊਚਰ ਵਿੱਚ ਦੇਵਾਂਗੇ ਕੁਝ ਕੰਸੀਡਰੇਸ਼ਨ। ਐਗਜ਼ਾਮਪਲ ਵੀਟ 20 kg ਦੇ ਦਿੱਤੇ, 20 kg ਆਪਾਂ ਫੇਰ ਦਿੱਤੇ, ਉਹ ਹੋ ਗਿਆ ਐਗਜ਼ੀਕਿਊਟਰੀ। ਐਗਜ਼ੀਕਿਊਟਿਡ ਦੇ ਵਿੱਚ ਆਪਾਂ ਔਨ ਦਾ ਸਪੋਟ ਦੇਣਾ ਕੁਛ ਵੀ ਜਿਹੜਾ ਆਪਣੀ ਬਣਦੀ ਆ ਕੰਸੀਡਰੇਸ਼ਨ, ਸਮਥਿੰਗ ਇਨ ਰਿਟਰਨ, ਉਹ ਹੋਊਗਾ ਐਗਜ਼ੀਕਿਊਟਿਡ। ਬਟ ਜਿਹੜੀ ਆਪਾਂ ਕੁਛ ਕੁ ਅਮਾਊਂਟ ਆਪਾਂ ਦਿੱਤੀ ਜਾਂ ਨਹੀਂ ਦਿੱਤੀ ਜਾਂ ਫਿਊਚਰ 'ਚ ਕਰਨੀ ਆ, ਉਹ ਹੋ ਗਿਆ ਐਗਜ਼ੀਕਿਊਟਰੀ। ਇਹਦੇ ਵਿੱਚ ਆਪਾਂ ਫਿਊਚਰ 'ਚ ਦੇਣੀ ਆ, ਇਹਦੇ ਵਿੱਚ ਆਪਾਂ ਆਪਣਾ ਪਹਿਲਾਂ ਹੀ ਪੇ ਕਰਤਾ ਕੰਸੀਡਰੇਸ਼ਨ। ਯੂਨੀਲੇਟਰਲ ਕੰਟਰੈਕਟ, a party executed contract is also called unilateral contract as the contract is to be performed by only one of the parties. ਇੱਕ ਪਾਰਟੀ ਨੇ ਕੰਮ ਕਰਤਾ, ਸੈਕਿੰਡ ਪਾਰਟੀ ਦਾ ਕੰਮ ਰਹਿੰਦਾ। ਫੋਰ ਐਗਜ਼ਾਮਪਲ ਏ ਨੇ ਫਰਨੀਚਰ ਬਣਾਤਾ ਅਤੇ ਬੀ ਨੇ ਪੇ ਨਹੀਂ ਕਰਿਆ, ਉਹ ਹੋ ਗਿਆ ਯੂਨੀਲੇਟਰਲ ਕੰਟਰੈਕਟ ਆਪਣਾ, ਮਤਲਬ ਇੱਕ ਪਾਰਟੀ ਨੇ ਕਰਤਾ ਇੱਕ ਨੇ ਨਹੀਂ ਕੀਤਾ। Bilateral, where the obligation or promise is a contract is outstanding on the part of both the parties, it is known as bilateral contract। ਜਦੋਂ ਪਾਰਟੀ ਦੀ obligation ਜਾਂ promise ਕਰਤਾ done, for example a deliver goods to B and B makes the payment immediately, so that is bilateral contract। आप लोगों ने इन सभी कॉन्ट्रैक्टों में कंफ्यूज नहीं होना। जब आपको क्वेश्चन एग्ज़ाम में आएगा जो पूछा जाएगा आपको उसी के अकॉर्डिंग आंसर देना है। एग्जीक्यूटेड में था भी आपने जो भी प्रॉमिस किया है वो अपने कंसिडरेशन ऑन द स्पॉट ही दे दिया। एग्जीक्यूटरी में आप फ्यूचर में देंगे। यूनिलेटरल में भी ऐसा ही था, आपने कुछ पेमेंट सीगी वो आपने नहीं करी, फ्यूचर में करेंगे। मतलब इनमें आपने मेनली फ्यूचर बारे में नहीं बताना, आपने यही बेसिकली बताना है भी आपने पेमेंट है वो एक पार्टी ने कर दी, दूसरी ने नहीं परफॉर्म किया। लास्ट बाइलेटरल में दोनों पार्टीज़ ने अपनी जो भी थी कॉन्ट्रैक्ट उसकी ऑब्लिगेशंस थी जो फुलफिल कर दी इमीडिएटली, दैट इज़ बाइलेटरल कॉन्ट्रैक्ट। These are the most important one: वैलिड कॉन्ट्रैक्ट, वॉइड कॉन्ट्रैक्ट, वॉइडेबल कॉन्ट्रैक्ट। अगर आप सब लोगों को ये सब कुछ समझ आ गया ना तो आप इजीली गाँव फर्दर स्टडी कर सकते हो। बट आपको है ना, जैसे हम घर की मकान बनाते हैं उसकी नींव स्ट्रॉन्ग करनी ज़्यादा ज़रूरी होती है, वैसे ही स्टडी में है। अगर आप अपना बेस स्ट्रॉन्ग कर लोगे भी वैलिड कॉन्ट्रैक्ट क्या है, वॉइड कॉन्ट्रैक्ट क्या है, तो आपको CLE में आगे जाके कोई प्रॉब्लम नहीं आएगी।
और अपना लॉन्ग क्वेश्चन जब भी आपने स्टार्ट करना है, सबसे पहले मीनिंग लिखना है, देन डायग्राम ड्रॉ करना है और देन फर्दर एक्सप्लेनेशन उसकी देनी है। और लास्ट में जाके जब आपका ये कंप्लीट हो जाएगा उसके बाद में आपको कंक्लूजन लिखना ही लिखना है, देन यू विल गेट गुड मार्क्स, अदरवाइज यू विल नॉट।